ਤੁਹਾਨੂੰ ਮੈਂ ਥੋੜਾ ਕਿ ਦੱਸਿਆ ਨਾ ਕੱਲ ਟਰੋਇਡ ਦਾ, ਮੈਂ ਕਿਹਾ ਸਿੱਧਾ ਹੀ ਸਟਾਰਟ ਕਰਾਂਗੇ ਮੈਗਨੈਟਿਕ ਫੀਲਡ ਕਿੱਦਾਂ ਪਤਾ ਕਰਨੀ। ਕੱਲ ਤੁਹਾਨੂੰ ਪੜ੍ਹਾਉਣਾ ਦੱਸਤਾ ਹੀ, ਅੱਜ ਐਕਸਪ੍ਰੈਸ਼ਨ ਦੇਖਿਓ ਇਹਦਾ। ਟਰੋਇਡ ਇੱਦਾਂ ਬਣਾ ਦਿਆ ਕਰਿਓ, ਇਨਸਾਈਡ ਤੇ ਆਊਟਸਾਈਡ ਤੇ ਜ਼ੀਰੋ ਹੀ। ਫਿਰ ਮੈਂ ਇੱਕ ਵਾਰ ਕਲੀਅਰ ਕਰ ਦੂੰਗਾ, ਬਸ ਇਸ ਜਗ੍ਹਾ ਤੇ ਪਤਾ ਕਰਨੀ, ਇੱਥੇ ਕੋਈ ਨਾ ਕੋਈ ਪੁਆਇੰਟ ਹੈਗਾ, ਪੁਆਇੰਟ P। ਮੈਗਨੈਟਿਕ ਫੀਲਡ ਇਸ ਜਗ੍ਹਾ ਤੇ ਪਤਾ ਕਰਨੀ ਜੇ P ਪੁਆਇੰਟ ਤੇ। ਕੀ ਸਟੈਪ ਹੁੰਦੇ? ਪਹਿਲੀ ਚੀਜ਼ ਐਮਪੀਰੀਅਨ ਲੂਪ ਡਰਾ ਕਰਨੀ, ਐਮਪੀਰੀਅਨ ਲੂਪ ਡਰਾ ਕਰਾਂਗੇ। ਅਜਿਹੀ ਲੂਪ ਜਿਹੜੀ ਸਿਮੈਟਰੀਕਲ ਹੋਵੇ ਤੇ P ਪੁਆਇੰਟ ਚੋਂ ਵੀ ਪਾਸ ਕਰੇ। ਡੋਟਡ ਲਾਈਨਾਂ ਨਾਲ ਰਿਪਰੈਜ਼ੈਂਟ ਕਰ ਦਿੰਦੇ ਇਹਨੂੰ। ਆ ਇੱਕ ਲੂਪ ਡਰਾ ਕਰਤੀ ਆਪਾਂ, ਜਿਹਦਾ ਰੇਡੀਅਸ ਕਿੰਨਾ ਹੈਗਾ ਵਾ R ਸਰਕਲ ਦੀ ਫਾਰਮ ਦੇ ਵਿੱਚ ਆਏ। ਸਰਕੂਲਰ ਰਿੰਗ ਕਹਿ ਸਕਦੇ ਆ, ਜਾਂ ਰਿੰਗ ਦੀ ਫਾਰਮ ਦੇ ਵਿੱਚ ਆ। ਹੈਵਿੰਗ ਰੇਡੀਅਸ ਇਜ਼ ਇਕੁਅਲ ਟੂ R। ਸਿਮੈਟਰੀਕਲ ਹੋਊਗੀ ਪੂਰੀ 100%। ਸੈਕਿੰਡ ਆਪਾਂ B.dl ਦੀ ਵੈਲਿਊ ਪਤਾ ਕਰਨੀ ਹੁੰਦੀ। ਕੀ ਆ ਜਾਂਦਾ ਹੁੰਦਾ? BDL cos ਥੀਟਾ। cos ਇੱਥੇ ਹੁੰਦਾ ਵਾ 0 ਤੇ cos 0 1 ਨਹੀਂ ਹੁੰਦਾ, ਕਿਉਂਕਿ ਜਿੱਧਰ ਲੈਂਥ ਹੁੰਦੀ ਨਾ DL, ਇਹ ਕੰਡੀਸ਼ਨ ਯਾਦ ਰੱਖ ਲਿਓ, ਜਿੱਧਰ ਛੋਟਾ ਜਿਹਾ ਐਲੀਮੈਂਟ DL ਕੱਟਿਆ ਹੁੰਦਾ ਉਹਦੇ ਅਲੋਂਗ ਹੀ B ਹੁੰਦਾ ਜੀ। ਤੇ ਦੋਨਾਂ ਦੀ ਡਾਇਰੈਕਸ਼ਨ ਸੇਮ ਆ ਤੇ ਥੀਟਾ ਕਿੰਨਾ ਹੁੰਦਾ? 0 ਡਿਗਰੀ। ਥੀਟਾ ਕਿੰਨੇ ਡਿਗਰੀ ਹੁੰਦਾ ਵਾ? 0 ਡਿਗਰੀ। ਜਿੱਧਰ DL ਹੁੰਦਾ ਉਹਦੇ ਅਲੋਂਗ ਹੀ B ਹੁੰਦਾ, ਦੋਨਾਂ ਦੀ ਡਾਇਰੈਕਸ਼ਨ ਸੇਮ ਤੇ ਥੀਟਾ 0 ਡਿਗਰੀ। cos 0 1 ਹੁੰਦਾ, ਕੱਲੀ ਇੰਟੀਗ੍ਰੇਸ਼ਨ DL ਦੀ ਹੋਣੀ, ਤੇ DL ਦੀ ਇੰਟੀਗ੍ਰੇਸ਼ਨ ਕਿੰਨੀ ਹੋ ਜੂ? DL ਜੋੜ ਕੇ ਭਾਵੇਂ L ਲਿਖ ਦਿਓ, ਭਾਵੇਂ ਸਰਕਮਫਰੈਂਸ 2πr ਲਿਖ ਦਿਓ। ਠੀਕ ਹੈ, DL ਦੀ ਜਗ੍ਹਾ ਤੇ ਮੈਂ L ਹੀ ਲਿਖ ਦਿੰਦਾ। ਇੱਥੇ ਮੈਂਸ਼ਨ ਕਰ ਦਿੰਦਾ ਵੀ L ਦਾ ਮਤਲਬ ਟੋਟਲ ਸਰਕਮਫਰੈਂਸ ਹੀ ਆ 2πr। ਹੋ ਗਿਆ ਕਲੀਅਰ ਨਾ? ਠੀਕ ਹੈ। ਉਸ ਤੋਂ ਬਾਅਦ ਥਰਡ ਚੀਜ਼ ਆਪਾਂ ਕੀ ਪਤਾ ਕਰਨਾ ਹੁੰਦਾ? ਕਰੰਟ ਇਨਸਾਈਡ। ਇਹ ਲਾ ਨਾ ਦਿਓ, ਗੌਸ ਲਾ ਦੇ ਵਿੱਚ ਚਾਰਜ ਪਤਾ ਕਰੀਦਾ, ਐਂਪੀਅਰ ਲਾ ਦੇ ਵਿੱਚ ਕਰੰਟ ਦੀ ਵੈਲਿਊ ਪਤਾ ਕਰੀਦੀ। ਕਰੰਟ ਇਨਸਾਈਡ ਕਰੰਟ ਹੈਗਾ ਨਾ, ਅਜੇ ਡੋਟਡ ਲਾਈਨਾਂ ਵੇਖੋ, ਇਹਦੇ ਅੰਦਰ ਵਾਲਾ ਕਰੰਟ ਹੀ ਆ ਕ੍ਰੋਸ ਜੇ। ਕਰੰਟ ਦੀ ਵੈਲਿਊ ਆਪਾਂ I ਮੰਨ ਕੇ ਚੱਲਦੇ ਵੀ ਟੋਟਲ ਕਰੰਟ I ਹੈ। ਉਸ ਤੋਂ ਬਾਅਦ ਫੋਰਥ ਆਪਾਂ ਅਪਲਾਈ ਕਿਹਨੂੰ ਕਰ ਦੇਣਾ? ਲਾ ਨੂੰ ਅਪਲਾਈ ਕਰੀਏ। B.dl ਮਿਊ ਨੋਟ I। B.dl ਦੀ ਵੈਲਿਊ ਕਿੰਨੀ ਆਈ? BL ਮਿਊ ਨੋਟ। ਉਸੇ ਤਰ੍ਹਾਂ ਇੱਥੇ ਇੱਕ ਚੀਜ਼ ਹੋਰ ਆਉਣੀ ਸੀ, ਆ ਦੇਖਿਓ, ਇਨਸਾਈਡ ਕਰੰਟ ਕਿੰਨਾ ਵਾ? ਇਨਸਾਈਡ ਜਿੱਦਾਂ ਆਪਾਂ ਕਹਿ ਲਈਏ ਇੱਕ ਟਰਨ, ਦੂਸਰੀ ਟਰਨ। ਜਦੋਂ ਸੋਲੇਨੋਇਡ ਇੱਦਾਂ ਹੀ, ਆ ਹੈਗਾ ਹੀ ਸੋਲੇਨੋਇਡ, ਆ ਇੱਕ ਟਰਨ ਜਿਹਦੇ ਵਿੱਚ ਕੋਈ ਨਾ ਕੋਈ ਕਰੰਟ ਹੈਗਾ ਹੀ, ਸੋਲੇਨੋਇਡ ਤੋਂ ਹੀ ਟਰੋਇਡ ਬਣਿਆ। ਠੀਕ ਹੈ, ਆ ਕਰੰਟ ਮੰਨ ਲਓ ਇੱਕ ਟਰਨ ਵਿੱਚ ਆ, ਦੂਜੀ ਟਰਨ ਦੇ ਵਿੱਚ, ਇੱਦਾਂ ਕਰਦੇ ਕਰਦੇ ਕਿੰਨੀਆਂ ਟਰਨਸ ਹੈਗੀਆਂ ਵਾ? N ਟਰਨਸ। NI ਆਉਣਾ ਇੱਥੇ, I ਦੀ ਜਗ੍ਹਾ ਤੇ ਕੀ ਆਉਣਾ? NI। L ਡਿਵਾਈਡ ਹੋਣ ਡਿਆ, N ਛੋਟਾ ਵੀ ਨਹੀਂ ਆਉਣਾ, N ਆਉਣਾ ਕੈਪੀਟਲ। ਕੈਪੀਟਲ N ਦਾ ਮਤਲਬ ਕੀ ਹੈਗਾ? ਕੈਪੀਟਲ N ਦਾ ਮਤਲਬ ਹੈਗਾ ਨੰਬਰ ਆਫ ਟਰਨਸ, ਤੇ ਛੋਟੇ n ਦਾ ਮਤਲਬ ਕੀ ਹੈਗਾ? ਨੰਬਰ ਆਫ ਟਰਨਸ ਪਰ ਯੂਨਿਟ ਲੈਂਥ। ਕੈਪੀਟਲ N/L ਹੋ ਜੂਗਾ ਕਲੀਅਰ? ਇੱਥੇ ਵੱਡਾ N ਆਉਣਾ ਜੇ, ਇੱਥੇ ਵੀ ਇਹੋ ਚੀਜ਼ ਆਊਗੀ। ਲਾਸਟ ਸਟੈਪ ਰਹਿ ਗਿਆ,
ਕੀ ਆ ਜਾਣਾ B ਇਜ਼ ਇਕੁਅਲ ਟੂ ਨਿਊ ਨੋਟ N ਆ L ਮਲਟੀਪਲਾਈ ਹੋਣ ਡਿਆ ਡਿਵਾਈਡ ਹੋ ਗਿਆ N/L ਨੂੰ ਕੀ ਲਿਖ ਸਕਦੇ ਹਾਂ ਆਪਾਂ ਛੋਟਾ n ਤੇ ਸਾਡਾ ਰਿਜ਼ਲਟ ਬਣ ਗਿਆ। ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਕਿਹਾ ਸੀ ਸੋਲੇਨੋਇਡ ਤੇ ਟਰੋਇਡ ਦਾ ਇੱਕੋ ਆਨਸਰ ਆਉਣਾ, ਇਹਦੀ ਜਗ੍ਹਾ ਤੇ ਆਪਾਂ ਸਮਾਲ n ਲਿਖਤਾ। ਠੀਕ ਹੈ, ਨੋਟ ਕਰ ਲਓ ਇਹਨੂੰ। ਕੱਲ੍ਹ ਵਾਲੀਆਂ ਚੀਜ਼ਾਂ ਸਿੱਧਾ ਇੱਥੇ ਨੋਟ ਪਾ ਕੇ ਆਪਾਂ ਲਿਖ ਲੈਂਦੇ। ਜੇਕਰ ਤੁਸੀਂ ਇਨਸਾਈਡ ਪਤਾ ਕਰਦੇ, ਇਨਸਾਈਡ ਦੇਰ ਇਜ਼ ਨੋ ਕਰੰਟ ਤੇ ਮੈਗਨੈਟਿਕ ਫੀਲਡ 0, ਆਊਟਸਾਈਡ ਪਤਾ ਕਰਦੇ, ਆਊਟਸਾਈਡ ਤੇ ਕੀ ਹੋਣਾ ਸੀ, ਦੋ ਕਰੰਟ ਓਪੋਜ਼ਿਟ ਆ ਕੈਂਸਲ ਹੋ ਜਾਣੇ ਸੀ, ਕਰੰਟ ਫਿਰ 0 ਤੇ ਮੈਗਨੈਟਿਕ ਫੀਲਡ ਵੀ 0, ਆਊਟਸਾਈਡ ਵੀ 0 ਹੁੰਦੀ ਤੇ ਇਨਸਾਈਡ ਵੀ 0 ਹੁੰਦੀ, ਸਿਰਫ ਇੱਥੇ ਆ ਮਿਡਲ ਜਿਹਦੇ ਵਿੱਚ ਆਪਾਂ ਨੂੰ ਲੱਭ ਜਾਂਦੇ। पूरा समझे ना। सोलेनॉइड भी हो गया, ट्रॉयड भी हो गया, हुण अपना नवा टॉपिक आ गया फोर्स। ये ध्यान रखोगे फिर ही पता लगना इस डायरैक्शन वगैरह इनवॉल्व होनी है। फोर्स ऑन अ मूविंग चार्ज, फोर्स ऑन अ मूविंग चार्ज इनसाइड मैग्नेटिक फील्ड। देखियो जिस तरह एक वायर वायर दे विच करंट फ्लो करता पिया तो मैगनैटिक फील्ड की डायरैक्शन पहलों दसो किधर नूं होगी। मैगनैटिक फील्ड की डायरैक्शन किंदा थंब नूं रिप्रजेंट करना करंट वाल, तो जिधर नूं तुहाडीआं फिंगरस जांदियां पईआं, जे ते बोर्ड के अंदर बाहर जांदियां पईआं ते तुसीं इत्थे क्रॉस ला देना, तो जे तुसीं इधरले बन्ने इदां करदे इत्थे डायरैक्शन दसनी दी थंब नूं उपर कीता ते आ फिंगरस तुहाडे लाउंदियां पईआं ना, तो इत्थे की आ जाना डॉट ला देना। इस साइड ते क्रॉस लाता, इधर डॉट लाया, क्लीयर हो गया। इत्थे कोई ना कोई चार्ज आ, चार्ज अंडर द अफैक्ट मैगनैटिक फील्ड हैगा वा, चार्ज ते फोर्स लगनी कि नहीं किदां डिसाइड हुंदा, जे ते चार्ज हैगा रैस्ट ते नो नैट फोर्स, कोई फोर्स नहीं लगनी इत्थे, चार्ज मूव ही नहीं करता पिया तो कोई फोर्स ही नहीं लगती पई, इहदा मतलब इत्थे। सैकेंड केस देखियो तो फस्ट केस हो गया, सैकेंड सेम उदा वायर जां कंडक्टर जिहदे च करंट फ्लो करता पिया, मैगनैटिक फील्ड बनाती, मैगनैटिक फील्ड बनाती। जेकर चार्ज हैगा मूवेबल, कोई ना कोई ये को वेलोसिटी हैगी आ तो ये फोर्स लगूगी, ਇਹਦਾ पाथ जिहड़ा स्ट्रेट नहीं रहना, कोई ना कोई सर्कुलर रिंग बनाउण डै पऊगा, हैलीकल हो जाऊगा, जिद्दां भी हैगा इन्हें मुड़ डै पैना, डायरैक्शन चेंज होण डै पई, ਇਹਦਾ मतलब ये फोर्स लगती पई। ठीक है, किहड़ी फोर्स लगती पई, मैगनैटिक फोर्स। तुहानूं इलैक्ट्रीकल फोर्स का फार्मूला पता ही Q मल्टीप्लाई बाय E, पर यह किहड़ी फोर्स है, मैगनैटिक फोर्स। ਇਹਦਾ फार्मूला एक्सप्रैशन हुंदा जे Q V क्रॉस B, V का मतलब हैगा वा वेलोसिटी, वेलोसिटी B का मतलब हैगा वा मैगनैटिक फील्ड। इनू थोड़ा सॉल्व करिए। मैगनैटिक फोर्स की आ गया Q, जे ये वैक्टर फॉर्म च लिखना तो क्रॉस प्रोडक्ट पा दो, स्केलर फॉर्म च लिखना वैक्टर दे साइन नहीं पाने, क्रॉस हटा देना, QVB साइन थीटा, QVB साइन थीटा। अगलियां चीज़ां करन तो पहलों तुहाडे दिमाग च की बैठा होना चाहिए, वी आ जिहड़ा थीटा ना ये हमेशा V ते बीच होना, वेलोसिटी वैक्टर मैगनैटिक फील्ड वैक्टर इन्हां दे विचकार थीटा वाए। ठीक है ना, सब तो पहलों तुहाडे दिमाग च आउणा चाहिए वेलोसिटी वैक्टर, फिर इहदी वारी आउणी चाहिए V दी, पहलों V सोचना फिर V दे बारे सोचना। जे मैं तुहानूं एक इत्थे क्वेश्चन देवां,
जेकर इत्थे एक आपां क्वेश्चन लिखिए वेयर जां वैन कदों मैगनैटिक फोर्स जीरो हो सकती, वैन एफ एम इज इक्वल टू जीरो। मैगनैटिक फोर्स कदों जीरो हो सकती, तो साडा सल्यूशन तां ही आपां लिखांगे जे सानू एफ एम का फार्मूला पता होगा। एफ एम किहदे इक्वल आ, क्यू वी बी साइन थीटा। ये जीरो किद्दां हो सकता, जां ते क्यू जीरो होवे ते सारे जीरो हो जाने, जीरो मल्टीप्लाई बाय एनीथिंग जीरो ही हुंदा, जां ते चार्ज होवे ही ना उत्थे ਜਿਹਦਾ कोई मैगनीट्यूड ना होवे, कूलम दे विच 1 2 कुछ भी ना होवे, जीरो होवे ते एफ एम की हो सकता जीरो। दूजा जे ते क्यू जीरो नहीं हैगा, चार्ज रैस्ट ते होवे, ਉਹਦੀ ਵੈਲੋਸਿਟੀ की होवे जीरो, रैस्ट का मतलब वैलोसिटी कितनी होनी जीरो, जां ते वी जीरो होवे तां भी एफ एम किहदे इक्वल आ जाऊगा जीरो दे, जां उत्थे मैगनैटिक फील्ड ही ना होवे, मतलब करंट ही ना होवे, करंट नहीं हैगा, मैगनैटिक फील्ड ही नहीं हैगी, आपां कह सकते हैं। तीसरी चीज़ बी की होवे उत्थे जीरो, मैगनैटिक फोर्स की होगी जीरो। इत्थों हुण मान लो आ भी हैगा, क्यू भी हैगा, वी भी हैगा, बी भी हैगा, ये तिन्ने एग्जिस्ट करते हैं। साइन थीटा जीरो कर सकता, साइन थीटा भी जीरो कर ही सकता, थीटा किन्ने ते जीरो हुंदा, जां ते थीटा 180 डिग्री बिल्कुल, तो जां थीटा किन्ना होवे जीरो डिग्री। ਇਹਦਾ मीनिंग की हैगा 180 ਤੇ जीरो ਦਾ मीनिंग की हैगा, थीटा हैगा ਕਿਹਦੇ ਕਿਹਦੇ ਵਿਚਕਾਰ ਆ, बी ਤੇ बी ਦੇ ਵਿਚਕਾਰ, ਆ बी ਵਾ मैगनैटिक फील्ड, हो सकता चार्ज ਜਿਹੜਾ ਵਾ ਇਸੇ ਡਾਇਰੈਕਸ਼ਨ 'ਚ मूव ਕਰਨ ਡਿਆ ਹੋਵੇ, ਜਿੱਧਰ ਨੂੰ B ਵਾ ਉਧਰ ਨੂੰ V ਹੋਵੇ। ਇੱਥੇ ਫਰਕ ਹੈਗਾ ਜੀ, V ਇੱਧਰ ਨੂੰ ਆ ਤੇ B ਅੰਦਰ ਵਾਰ ਨੂੰ ਆ, ਇਸ ਤਰ੍ਹਾਂ ਆ ਕ੍ਰੋਸ ਪਿਆ ਵਾ ਨਾ, ਜੇ ਇਦਾਂ ਹੀ ਹੁੰਦਾ ਇੱਧਰ ਨੂੰ ਹੀ B ਹੁੰਦਾ, ਇੱਧਰ ਨੂੰ ਹੀ B ਹੁੰਦਾ ਤੇ ਕੋਈ ਫੋਰਸ ਨਹੀਂ ਲੱਗਣੀ। ਇੰਨਾ ਸਮਝ ਲੱਗ ਜਾਂਦਾ, ਠੀਕ ਹੈ ਨਾ। ਕੀ ਪਤਾ ਰਹਿਣਾ ਚਾਹੀਦਾ, ਜੇ ਤੇ ਇਹ ਦੋਨਾਂ ਦੇ ਵਿੱਚ ਐਂਗਲ 0 ਡਿਗਰੀ ਆ ਤੇ ਮੈਗਨੈਟਿਕ ਫੋਰਸ ਕਿਹਦੇ ਇਕੁਅਲ ਜ਼ੀਰੋ ਦੇ, ਜਾਂ ਇਦਾਂ ਹੋਵੇ ਇੱਧਰ ਨੂੰ B ਹੋਵੇ ਤੇ ਇੱਧਰ ਨੂੰ ਚਾਰਜ ਜਾਣ ਡਿਆ ਹੋਵੇ ਤੇ ਥੀਟਾ ਕਿਹਦੇ ਇਕੁਅਲ ਆ ਜਾਣਾ, ਤਾਂ ਵੀ ਮੈਗਨੈਟਿਕ ਫੋਰਸ ਜ਼ੀਰੋ ਹੋ ਜਾਂਦਾ ਨਾ। ਕਲੀਅਰ। ਹੁਣ ਆਪਾਂ ਇਹਦੀ ਡਾਇਰੈਕਸ਼ਨ ਪਤਾ ਕਰਨੀ ਆ, ਆਪਾਂ ਨੂੰ ਫਾਰਮੂਲਾ ਲਰਨ ਰਹਿ ਜੇ, ਨੂਮੈਰੀਕਲ ਵੀ ਕਰਾਂਗੇ ਇਹਨਾਂ ਰਿਲੇਟਿਡ, ਪਹਿਲੋ ਡਾਇਰੈਕਸ਼ਨ ਤੇ ਮੇਨ ਆਪਾਂ ਫੋਕਸ ਕਰੀਏ। ਹੁਣ ਇਹ ਫੋਰਸ ਬਾਰੇ ਤੇ ਸਾਨੂੰ ਪਤਾ ਲੱਗ ਗਿਆ, ਇਹਦਾ ਫਾਰਮੂਲਾ। ਹੁਣ ਇਹਦੀ ਡਾਇਰੈਕਸ਼ਨ ਮੇਨ ਤੁਹਾਨੂੰ ਕੁਐਸਚਨ ਡਾਇਰੈਕਸ਼ਨ ਚੋਂ ਵੀ ਬਣੂਗਾ। ਡਾਇਰੈਕਸ਼ਨ ਦੇ ਆਪਾਂ 2-4 ਰੂਲ ਕਰ ਲੈਨੇ, ਜਿਹੜਾ ਤੁਹਾਨੂੰ ਸੌਖਾ ਲੱਗੇ ਉਹੀ ਫੋਲੋ ਕਰ ਲਿਆ ਕਰਿਓ। ਇਹਨੂੰ ਜ਼ਰੂਰ ਇੱਕ ਵਾਰ ਦੇਖ ਲਓ, ਜਿੱਥੇ ਪ੍ਰੋਬਲਮ ਪੁੱਛ ਲਿਓ। ਪਹਿਲੀ ਚੀਜ਼ ਆ ਗਈ ਸਕਰਿਊ ਰੂਲ। ਸਕਰਿਊ ਰੂਲ ਜਿੱਦਾਂ ਆ ਹੈਗਾ ਵਾ ਵੀ ਵੈਕਟਰ ਇੱਧਰ ਹੈਗਾ ਬੀ ਵੈਕਟਰ, ਤੇ ਇਹਨਾਂ ਦੇ ਵਿੱਚ ਥੀਟਾ। ਫੋਰਸ ਕਿੱਧਰ ਲੱਗਣ ਦੀ ਹੋਗੀ, ਵੀ ਤੇ ਬੀ ਤੇ ਮੈਂ ਬਣਾਤਾ, ਤੇ ਐਫ ਦੀ ਡਾਇਰੈਕਸ਼ਨ ਕਿੱਧਰ ਆ, ਵੀ ਦੀ ਡਾਇਰੈਕਸ਼ਨ ਪਤਾ ਲੱਗ ਗਈ, बी की डायरैक्शन भी पता लग गई, एफ एम की डायरैक्शन किधर होगी। तुसीं की करना हुंदा, इदां पाम सैट कीता ते वी नूं पहलों मैं कहा ही ध्यान च लियाउणा ते बी अल जाना, ते अंगूठा किधर आउंदा पिया, तुहाडे अल नूं आउंदा पिया ना, ते फिर इत्थे फोर्स किदां दी होऊगी, डॉट ला के। जे तुसीं इधर नूं इदां ही जाना हमेशा वी तो बी अल नूं, ते अंगूठा तुहाडे अल नूं आउंदा पिया, जे इस तरह हुंदा आ वी हुंदा, इत्थे बी हुंदा, जाना किधर हमेशा वी तो बी अल नूं। हुण वेखियो की होना ही, पहलों वी अल नूं अपनियां फिंगरस नूं सैट करो इस तरह, ते मुड़दियां किधर पईयां बी अल नूं, आ इधर नूं मोड़ना, ते अंगूठा वेखो बोर्ड अल नूं जांदा पिया, ते इत्थे की ला दूंगा मैं क्रॉस। आ क्रॉस किनू रिप्रजेंट करदा पिया, मैगनैटिक फोर्स नूं, डॉट किनू रिप्रजेंट करदा पिया, मैगनैटिक फोर्स। पूरा पता लग गया। इत्थे मैगनैटिक फोर्स हैगी साडे अल नूं,
ਆਊਟਵਰਡ ਲਿਖਾਂਗੇ, ਇੱਥੇ ਬੋਰਡ ਦੇ ਅੰਦਰ ਵੱਲ ਨੂੰ ਆ ਤੇ ਇਨਵਰਡ ਲਿਖਾਂਗੇ। ਇੱਕ ਤੇ ਆ ਸਿੰਪਲ ਜਿਹਾ ਰੂਲ ਹੁੰਦਾ ਸਕਰਿਊ ਰੂਲ, ਇਹ 'ਚ ਥੰਬ ਨੇ ਰਿਪਰੈਜ਼ੈਂਟ ਕਰਨਾ ਜੀ, ਥੰਬ ਇਨ ਦਾ ਡਾਇਰੈਕਸ਼ਨ ਆਫ ਫੋਰਸ। ਬਸ ਮੇਨ ਗੱਲ ਇਹੋ ਯਾਦ ਰੱਖਣੀ, ਜਿਹੜਾ ਅੰਗੂਠਾ ਵਾ ਉਹਨੇ ਹੀ ਦੱਸਣਾ ਫੋਰਸ ਕਿੱਧਰ ਹੋਊਗੀ, ਇਨ ਦਾ ਡਾਇਰੈਕਸ਼ਨ ਆਫ ਫੋਰਸ। ਉਸ ਤੋਂ ਬਾਅਦ ਜੇ ਇਹ ਤੁਹਾਨੂੰ ਥੋੜਾ ਔਖਾ ਲੱਗੇ, ਵੈਸੇ ਤਾਂ ਸਿੰਪਲ ਹੀ ਆ, ਤੁਹਾਨੂੰ ਸਾਰੇ ਪਤਾ ਹੋਣੇ ਚਾਹੀਦੇ। ਸੈਕਿੰਡ ਰਾਈਟ ਹੈਂਡ ਰੂਲ, ਰਾਈਟ ਹੈਂਡ ਰੂਲ, ਰਾਈਟ ਹੈਂਡ ਰੂਲ ਦੇ ਵਿੱਚ ਦੇਖਿਓ, ਰਾਈਟ ਹੈਂਡ ਦਾ ਥੰਬ, ਰਾਈਟ ਹੈਂਡ ਦੀ ਇੰਡੈਕਸ ਫਿੰਗਰ, ਰਾਈਟ ਹੈਂਡ ਦੀ ਮਿਡਲ ਫਿੰਗਰ, ਬਸ ਤਿੰਨ ਚੀਜ਼ਾਂ। ਜਿਹੜਾ ਆ ਥੰਬ ਤੇ ਪਤਾ ਹੀ ਆ, ਇੰਡੈਕਸ ਫਿੰਗਰ ਕਹਿੰਦੇ ਪਹਿਲੀ ਉਂਗਲ ਨੂੰ, ਤੇ ਮਿਡਲ ਫਿੰਗਰ ਇਹਨੂੰ ਕਹਿੰਦੇ। ਮਿਡਲ ਕਿਉਂ ਕਹਿੰਦੇ ਹੋਣਗੇ, ਇਹ ਤੇ ਦੂਜੇ ਨੰਬਰ ਵਾਲੀ ਹੈ। ਹੈ ਬਿਲਕੁਲ, ਆ ਅੰਗੂਠਾ ਵੀ ਫਿੰਗਰ ਹੀ ਹੈ। ਥੰਬ ਜ਼ਰੂਰ ਕਹਿ ਦੇਈਦਾ, ਦੋ ਇੱਧਰ ਆ, ਦੋ ਇੱਧਰ ਤੇ ਆ ਮਿਡਲ ਦੇ ਵਿੱਚ ਆ, ਤਾਂ ਕਰਕੇ ਇਹਨੂੰ ਮਿਡਲ ਫਿੰਗਰ ਕਹਿ ਦੇਈਦਾ। ਮਿਡਲ ਫਿੰਗਰ ਆ ਕਿਹਨੂੰ ਰਿਪਰੈਜ਼ੈਂਟ ਕਰਨਾ ਜੇ, ਥੰਬ ਫੋਰਸ ਨੂੰ। ਯਾਦ ਰੱਖ ਲਿਓ, ਇੱਥੇ ਨਾ ਲਿਖਾਂ ਥੰਬ, ਪਤਾ ਹੀ ਹੈ ਨਾ, ਥੰਬ ਫੋਰਸ ਨੂੰ। ਤੇ ਜਿਹੜੀ ਪਹਿਲੀ ਉਂਗਲ ਹੋਊਗੀ ਇਹ ਕਿਹਨੂੰ ਰਿਪਰੈਜ਼ੈਂਟ ਕਰਨੀ ਆ, ਮੈਗਨੈਟਿਕ ਫੀਲਡ ਨੂੰ। ਇਹ ਕਿਹਨੂੰ ਰਿਪਰੈਜ਼ੈਂਟ ਕਰੂਗੀ, ਮੈਗਨੈਟਿਕ ਫੀਲਡ ਨੂੰ। ਤੇ ਇੱਕ ਚੀਜ਼ ਰਹਿ ਗਈ ਮਿਡਲ ਫਿੰਗਰ, ਇਹ ਕਿਹਨੂੰ ਰਿਪਰੈਜ਼ੈਂਟ ਕਰਨੀ ਹੁੰਦੀ ਆ, ਕਰੰਟ ਨੂੰ। ਇਹਦੇ 'ਚ ਇਹ ਚੀਜ਼ਾਂ ਹੁੰਦੀਆਂ ਜੇ, ਇਹ 'ਚ ਕਰੰਟ ਵਗੈਰਾ ਦਾ ਕੁਝ ਨਹੀਂ ਹੈਗਾ। ਨਾਲੇ ਇਹਦੇ ਵਿੱਚ ਕਿਹੜੀ ਚੀਜ਼ ਆ, ਵੈਲੋਸਿਟੀ। ਵੈਲੋਸਿਟੀ ਤੇ ਮੈਗਨੈਟਿਕ ਫੀਲਡ ਤੇ ਇੱਕ ਫੋਰਸ, ਤਿੰਨ ਜਾਣੇ ਨੇ ਇਹਦੇ 'ਚ, ਕਰੰਟ, ਮੈਗਨੈਟਿਕ ਫੀਲਡ ਤੇ ਫੋਰਸ। ਇਹ 'ਚ ਕਰੰਟ ਇਨਵੋਲਵ ਹੋ ਗਿਆ, ਠੀਕ ਹੈ ਨਾ। ਹੁਣ ਇੱਥੇ ਦੇਖਿਓ ਕਿੱਦਾਂ ਤੁਸੀਂ ਦੱਸ ਸਕਦੇ ਕਿੱਧਰ ਨੂੰ ਫੋਰਸ ਲੱਗੂਗੀ। ਜੇਕਰ ਕੋਈ ਐਗਜ਼ਾਮਪਲ ਲਈਏ ਆਪਾਂ, ਆ ਜਿਹੜੇ ਕ੍ਰੋਸ ਆ ਇਹ ਕਿਹਨੂੰ ਰਿਪਰੈਜ਼ੈਂਟ ਕਰਦੇ ਪਏ, ਮੈਗਨੈਟਿਕ ਫੀਲਡ ਨੂੰ। ਤੇ ਇੱਥੇ ਕੋਈ ਨਾ ਕੋਈ ਚਾਰਜ ਰੱਖ ਦਿੰਨਾ, ਕਿਉਂ, ਚਾਰਜ ਤੇ ਕਰੰਟ ਦੀ ਡਾਇਰੈਕਸ਼ਨ ਇੱਕੋ ਜੀ ਮੰਨ ਕੇ ਚੱਲਿਓ। ਇਹ ਚਾਰਜ ਇੱਧਰ ਨੂੰ ਜਾਂਦਾ ਪਿਆ ਤੇ ਫੋਰਸ ਕਿੱਧਰ ਲੱਗੂਗੀ ਫਿਰ। ਇਹ ਜੇ ਆਪਾਂ ਰਾਈਟ ਹੈਂਡ ਇਸ ਤਰ੍ਹਾਂ ਸੈੱਟ ਕਰੀਏ, ਮੈਗਨੈਟਿਕ ਫੀਲਡ ਕਿੱਧਰ ਆ, ਐਦਾਂ ਨਾ। ਆ ਚੀਜ਼ ਜਿਹੜੀ ਆ ਫਿੰਗਰ ਆ, ਇਹਨੇ ਮੈਗਨੈਟਿਕ ਫੀਲਡ ਤੇ ਇਹ ਬੋਰਡ ਦੇ ਅੰਦਰ ਬਾਹਰ ਹੀ ਆ ਨਾ। ਤੇ ਥੰਬ ਨੇ ਰਿਪਰੈਜ਼ੈਂਟ ਕਰਨਾ ਫੋਰਸ ਨੂੰ, ਤੇ ਕਰੰਟ ਕਿੱਧਰ ਜਾਂਦਾ ਪਿਆ, ਜਿੱਧਰ ਚਾਰਜ ਫਲੋ ਕਰਦੇ ਪਏ ਪਰਲੇ ਬੰਨੇ ਨੂੰ ਨਾ। ਠੀਕ ਆ, ਪੁੱਠਾ ਸਿੱਧਾ ਜਿਹਾ ਹੱਥ 'ਚ ਬਣਾ ਲਿਓ। ਇਹ ਕਿੱਧਰ ਆ, ਡਾਊਨਵਰਡ। ਫੋਰਸ ਕਿੱਧਰ ਲੱਗਣੀ ਜੇ, ਡਾਊਨਵਰਡ। ਤੁਹਾਨੂੰ ਇਹ ਸ਼ਾਇਦ ਰੂਲ ਥੋੜਾ ਕੁ ਲੱਗੇ, ਆ ਤੇ ਸੌਖਾ ਹੀ ਨਾ। ਠੀਕ ਹੈ, ਇੱਕ ਤੀਜਾ ਰੂਲ ਹੋਰ ਹੁੰਦਾ ਜੇ, ਪਾਮ ਰੂਲ। ਉਹ ਸਭ ਤੋਂ ਵਧੀਆ ਹੁੰਦਾ, ਪਾਮ ਰੂਲ, ਹੱਥ ਵਾਲਾ, ਹਥੇਲੀ ਵਾਲਾ। ਠੀਕ ਹੈ, ਪਤਾ ਲੱਗ ਜੂਗਾ। ਆ ਇੱਕ ਨੋਟ ਕਰ ਲਓ, ਇਹਦੀ ਮੈਂ ਵਰਡਿੰਗ ਨਹੀਂ ਲਿਖਾਉਣਾ ਪਿਆ। ਲਿਖਾਉਣਾ ਕੀ ਉਹ 'ਚ ਇਹੋ ਹੀ, ਫੋਰਸ ਰਿਪਰੈਜ਼ੈਂਟ ਕਿੰਨੇ ਕਰਨੀ, ਥੰਬ ਨੇ ਰਿਪਰੈਜ਼ੈਂਟ ਕਰਨੀ ਫੋਰਸ, ਤੇ ਉਹ ਪਤਾ ਹੀ ਲੱਗ ਜਾਂਦਾ ਡਾਇਗਰਾਮ 'ਤੇ। ਰੂਲ ਨੰਬਰ ਥਰਡ ਰੂਲ ਵੈਸੇ ਮੈਨੂੰ ਤੇ ਸੌਖਾ ਹੀ ਲੱਗਦਾ, ਤੁਹਾਡਾ ਨਹੀਂ ਪਤਾ ਮੈਨੂੰ ਤੁਹਾਨੂੰ ਕਿੱਦਾਂ ਦਾ ਸਮਝ ਆਉਂਦਾ। ਰਾਈਟ ਹੈਂਡ ਪਾਮ ਰੂਲ। ਇਹਦੇ ਵਿੱਚ ਪਹਿਲੀ ਗੱਲ ਤੇ ਧਿਆਨ ਦਿਓ ਕਿ ਕਿਹੜੀ ਚੀਜ਼ ਆਪਾਂ ਨੋਟ ਕਰਨੀ। ਥੰਬ ਵਿੱਚ ਚਾਹੀਦਾ ਸਾਨੂੰ, ਸਾਰੀਆਂ ਫਿੰਗਰਸ ਜਿਹੜੀਆਂ ਵਾ ਉਹਨਾਂ ਦੀ ਵੀ ਲੋੜ ਆ, ਤੇ ਇੱਕ ਚਾਹੀਦਾ ਪਾਮ। ਜਿਹੜੀਆਂ ਫਿੰਗਰਸ ਹੋਣਗੀਆਂ ਨਾ ਸਾਰੀਆਂ ਦੀਆਂ ਸਾਰੀਆਂ, ਇਹ ਕਿਹਦੇ ਵੱਲ ਆਪਾਂ ਰੱਖਣੀਆਂ, ਮੈਗਨੈਟਿਕ ਫੀਲਡ ਵੱਲ। ਮੈਗਨੈਟਿਕ ਫੀਲਡ ਵੱਲ। ਜਿਹੜਾ ਥੰਬ ਆ ਇਹ ਮੋਸ਼ਨ ਆਫ ਚਾਰਜ ਵੱਲ। ਜਿਹੜਾ ਪਾਮ ਹੋਊਗਾ ਉਹ ਕਿੱਧਰ ਪੰਪ ਕਰਨਾ ਹੋਊਗਾ, ਇਹਨੂੰ ਪੰਪ ਕਰਨਾ ਇੱਥੇ ਕਿਹਦੇ ਵੱਲ, ਇਨ ਦਾ ਡਾਇਰੈਕਸ਼ਨ ਆਫ ਫੋਰਸ। ਐਗਜ਼ਾਮਪਲ ਦੇ ਵਿੱਚ ਦੇਖਿਓ, ਕੋਈ ਐਗਜ਼ਾਮਪਲ ਆਪਾਂ ਦੇਖਦੇ ਹਾਂ।
आ सारियां एग्जाम्पल्स पहलों कवर करिए। क्रॉस किनू रिप्रजेंट करता पिया जे मैगनैटिक फील्ड नू, चार्ज इधर नू मूव करता पिया v वेलोसिटी नाल, ते आपां डायरैक्शन ऑफ फोर्स की पता करनी आ। सैकेंड भी देखियो, लाइनस किनू रिप्रजेंट करदियां पईयां मैगनैटिक फील्ड नू, ते चार्ज उपर नू मूव करता पिया v वेलोसिटी नाल। थर्ड दो पहलों ਜਾਂ देख लो, इस रूल नाल किद्दां करना आपां। पहली गल, अंगूठा किधर हुंदा वा, जिधर वो मूव करदा, वेलोसिटी हुंदी जिधर, राइट हैंड अपना अंगूठा उधर नू करता इस तरह। आह गल समझ लग जाती। तो फिंगरस अपनियां ਜਿਹੜੀਆਂ ਇਹ किधर होनियां चाहिदियां, मैगनैटिक फील्ड। मैगनैटिक फील्ड बोर्ड के अंदर वार जाती पई। आ वेखो राइट हैंड ना इनू परले बन्ने मूव करता जिधर वी वा, ते फिंगरस किधर जांदियां पईयां बोर्ड वाल नू, इदां ही है ना, हैंड पूरा पता लग जाता। तो आ पाम नू पंप करना तां नू पंप करते पे, फोर्स किधर आनी उपर वाल नू। आ FM आ गया, क्लीयर हो गया। ये समझियो, सब तो पहलो अंगूठा सैट करो किधर होना, जिधर वेलोसिटी, फिर फिंगरस सैट करनिया वा जिधर केड़ी चीज़ हैगी मैगनैटिक फील्ड। ये सारा इदां ही है ना। अब देखो फिंगरस इधर ही आ जिधर लाइना वा, तो अंगूठा इधर तां तेनू पाम नू पंप करो, ये किधर नू पंप हुंदा पिया, बोर्ड के अंदर वाल नू। फिर फोर्स किधर होनी जे, बोर्ड के अंदर वाल नू, अंदर वाल क्रॉस पा देना। ठीक है ना। बस ये ही हुंदा राइट हैंड पाम रूल। तो एक चीज़ इत्थे दूजे रूल तुसीं अपलाई करदे, देखो वो भी तुहानूं समझ आउंदे आ। जिहड़े पुराना एक पहला रूल आपां पढ़िया ही, क्रॉस किनू रिप्रजेंट करते पे, बी नू, वेलोसिटी इधर नू, फोर्स लभनी। पहला रूल की कहंदा ही, पहलों किधर जाना वेलोसिटी वाल, ते फिर किधर नू मूव करना जिधर केड़ी चीज़ हैगी आ मैगनैटिक फील्ड। वेलोसिटी वाली आ लाइन है ना, इधर नू हाथ सैट करो, तो उंगलां किधर जांदियां पईयां मैगनैटिक फील्ड, अंगूठा किधर तां नू, ते उत्थे भी फोर्स किधर आउंदी पई उपर नू। जिहड़ा मर्जी रूल ला लिओ, ठीक है ना। इत्थे की करना आपां, हाथ नू इदां सैट करो भी जिधर वेलोसिटी आ, ते फिंगरस उधर नू मूव करो जिधर मैगनैटिक फील्ड गई, ते अंगूठा तां नू आउंदा। पिछला जिहड़ा वो रूल ही, उस मैं इदां पंप कीता ही तां नू, ते इत्थे मैं सिर्फ अंगूठे नाल दसदा पिया भी FM किधर हो गया। जिन्ना दिमाग खराब करी जाना करी जाओ, जां एक रूल याद रख लो, ठीक है, जिहड़ा तुहानूं समझ आउंदा। तुहानूं तिन्ने रूल मैं दसते हैं। एक नाल ही गल सुन लो, ध्यान दो इधर। एग्जाम दे विच तुहानूं जेकर इदां आ जे, आ सेम चीज़ मैगनैटिक फील्ड की डायरैक्शन, पूरा ध्यान ना सुनियो, इत्थे माइनस क्यों लिखता। जिन्ने भी आप आ रूल पढ़े आ, सुने, समझे आ, ये सिर्फ तो सिर्फ पॉजिटिव चार्ज ली है। ये सिर्फ पॉजिटिव चार्ज ली आ। जे इत्थे माइनस लिखता, तुसीं इत्थे पहलों प्लस सोच के डायरैक्शन कड्डो। प्लस सोच के डायरैक्शन किधर आई ही, अंदर वार नूं, ते पर क्वेश्चन की दिता माइनस ते पुट्ठी डायरैक्शन लिखनी, तुसीं डॉट ला देना। ਜਿਹੜੀ भी डायरैक्शन आऊगी उन्होंने पुट्ठा कर देना। सारे रूल किन्ना ली वैलिड ही, पॉजिटिव चार्ज ली। जे नैगेटिव क्वेश्चन दे विच आउंदा ते उहदे पुट्ठा दसना। वैसे आ चीज़ां ज़्यादातर कंपैटिटिव एग्जाम दे विच हुंदियां इदां दियां, सिंपल अपने जिहड़े बोर्ड वाले इन्हां च नहीं होण। और पंप रूल वाला तुहानूं मैं की कहना पिया, वेलोसिटी ते मैगनैटिक फील्ड दो चीज़ों को ध्यान च रखो। सब तो पहलो वी वाल ही जाया करो। वी नू किन्ने रिप्रजेंट करना हुंदा, मोशन ऑफ चार्ज मतलब वेलोसिटी हो गया ना, अंगूठे ने रिप्रजेंट करना। आ राइट हैंड अंगूठा परले बन्ने मोड़ता जिधर वी जाता पिया, ते फिंगरस किधर करनियां जिधर बी जाता पिया। बी बोर्ड के वाल आ कि तुहाडे वाल आ, बोर्ड वाल आ ना, तो फिंगरस उधर करती है। तो इनू पाम जिहड़ा हथेली आ ना, इनू पंप करना, तां नू पंप हुंदा, ते उपर नू लिखता मैगनैटिक फोर्स। ठीक है, आ भी देख लियो। सब तो पहलो वी वाल की कीता, अंगूठा, फिंगरस किधर करनी आ, फिंगरस बी वाल नू, आ देखो उधर ही आ, ते पाम नू पंप करो, किधर पंप हुंदा, बोर्ड वाल।
ਤੇ FM ਬੋਰਡ ਦੇ ਅੰਦਰ ਵੜਨ ਨੂੰ। ਠੀਕ ਹੈ ਨਾ। एक नूमैरिकल अज कर लेने, बाकी कल देखांगे। कोई वायर है जिस करंट फ्लो करता पिया 2 एम्पीयर, इत्थे कोई ना कोई चार्ज है 1 माइक्रोकूलम का, किन्नी वेलोसिटी नाल मूव करता पिया 10 मीटर पर सैकेंड, ते इहदा इत्थों लैके डिस्टेंस आर किन्ना हैगा 2 मीटर। सानू उन्होंने क्या की पता करो, फाइंड मैग्नेटिक फोर्स, फाइंड मैग्नेटिक फोर्स। मैग्नेटिक फील्ड इत्थे हैगी जे, मैग्नेटिक फील्ड इन्नी चीज़ दिती। चलो इत्थे देखियो आपां की पता करना, समझो पूरा पहलो एक न्यूमैरिकल ही करना आपां सिर्फ। FM दा की फार्मूला हुंदा, QVB साइन थीटा। Q हैगा 1 माइक्रोकूलम, माइक्रोकूलम दो कूलम किद्दां बदली दा 10 ਦੀ ਪਾਵਰ -6 ਨਾਲ ਮਲਟੀਪलाई करके 1 × 10 ਦੀ ਪਾਵਰ -6 ਕੂਲਮ ਭਰਤਾ। ਵੈਲੋਸਿਟੀ ਕਿੰਨੀ ਹੈਗੀ ਇਹਦੀ, Q ਵੀ ਭਰਤਾ V ਵੀ ਭਰਤਾ 10 ਮੀਟਰ ਪਰ ਸੈਕਿੰਡ। ਮੈਗਨੈਟਿਕ ਫੀਲਡ ਹੈਗੀ, ਇੱਥੇ ਕਿਤੇ B ਲਿਖਿਆ ਨਹੀਂ ਨਾ ਹੈਗੀ, ਮੈਗਨੈਟਿਕ ਫੀਲਡ ਵੀ ਨਹੀਂ ਹੈਗੀ ਤੇ ਥੀਟਾ ਵੀ ਨਹੀਂ ਹੈਗਾ। थीटा तो चलो आप पहलों लभ लीए। मैगनैटिक फील्ड जे मैं इत्थे B लिखना हो किद्दां लिखूँगा, रूल आने चाहिए तो ही क्वेश्चन अटैम्प्ट करोगे। आ वेखियो करंट की डायरैक्शन आ अंपीयर करंट ही है ना, तां ते फिंगर्स किधर जांदियां पईयां बोर्ड वाल नूं। सिंपल मैगनैटिक फील्ड की डायरैक्शन इदां ही कढ लईदी, करल रूल कहिंदे इहनूं। करंट वाल थंब ते करल किधर जांदा पिया वा बोर्ड दे वाल नूं, इत्थे की ला दूंगा क्रॉस। थीटा किहदे विचकार हुंदा, V ते B दे विच। B ते जांदा पिया बोर्ड वाल नूं, आ जिद्दां मान लो मार्कर ये B नूं रिप्रजेंट करदा पिया। वेलोसिटी किधर जांदी पई, प्लेन दे उपर तां नूं, ते दोनां च एंगल किन्ना होऊगा, एक चीज़ इधर आ ते एक 90 डिग्री ना, 90 डिग्री। इत्थे आपां थीटा लिखता किन्ना 90 डिग्री। साडे कोल B दी वैल्यू नहीं हैगी, पर थीटा लभ गया 90 डिग्री। इनू 1 मार्क करिए, किनू लभ के लियाइए B नूं, ते इत्थे किहड़ा एक्सप्रैशन लगना B वाला, ये उही है ना वायर, जिद्दां लिखिया है आपां μ0/2πI/r। आप वेख्या किते फार्मूला जिहा वेख्या ना, ਆਪਾਂ एक डेरीवेशन जी की जिद्दां उपर नूं φ1 हेठां नूं φ2, इनफाइनाइट वायर वाली, ये वो एक्सप्रैशन है। जे तो इनू सॉल्व करोगे μ0 कित्थों लैके आओगे, परमीएबिलिटी की वैल्यू तो किते है नहीं, पर एक चीज़ आ भी पढ़ी आपां, पता μ0/4π 10 ਦੀ ਪਾਵਰ -7 हुंदा। इत्थे 4 बना लो तो आ चीज़ भर सकते, इत्थे 4 किद्दां बनना, 2 ना मल्टीप्लाई ते 2 ना डिवाइड, 2 जा किन्ना हो गया 4π, 2 ਇਹਦੇ ਨਾਲ भी मल्टीप्लाई हो गया, और उस तरह ਇਹਦੀ जगह ਤੇ किन्ना भरीए 10 ਦੀ ਪਾਵਰ -7, 2 उस तरह करंट की जगह ਤੇ किन्ने एम्पीयर भरीए 2 एम्पीयर, रेडियस डिस्टेंस किन्ने मीटर भरीए 2 ना 2 कैंसल, B की वैल्यू आ गई 2 × 10 ਦੀ ਪਾਵਰ -7, इत्थे भर दोगे आंसर आ जाना। FM की आ गया 1 × 10 ਦੀ ਪਾਵਰ -6, 10 B की जगह ਤੇ किन्ना भरदा 2 × 10 ਦੀ ਪਾਵਰ -7 ਤੇ साइन 90 किन्ना हुंदा 1। सॉल्व किया 2 1 जा 2, 10 ਦੀ ਪਾਵਰ -6 +1 -7, सारियां पावर्स इक्को जगह ते लिखती हैं। 2 × -6 ते -7 -13 ते -13 ते +1 -12, ये आ गया मैग्नेटिक फोर्स। ठीक है, तो ये यूनिट की लिखांगे, जे तो कोई भी ना याद आवे न्यूटन ही लिख दिया करो।
ਤੇ ਜੇ ਯਾਦ ਆ ਜਾਂਦੇ ਕਿੱਦਾਂ ਯੂਨਿਟ ਬਣਾ ਸਕਦੇ, ਇਹਦੇ ਤੋਂ ਬਣਾਓ। ਚਾਰਜ ਕਾਹਦੇ 'ਚ? ਕੂਲਮ 'ਚ। ਵੈਲੋਸਿਟੀ ਕਾਹਦੇ 'ਚ? ਮੀਟਰ 'ਚ। ਮੈਗਨੈਟਿਕ ਫੀਲਡ ਕਾਹਦੇ 'ਚ? ਟੈਸਲਾ 'ਚ। ਠੀਕ ਹੈ, ਜਾਂ ਸਿੱਧਾ ਹੀ ਲਿਖ ਦਿਓ CMT, ਜਾਂ ਲਿਖਣ ਨਾਲੋਂ ਨਿਊਟਨ ਹੀ ਲਿਖ ਦਿਓ। ਮੈਗਨੈਟਿਕ ਫੋਰਸ ਆ ਗਈ। ਹੋਰ ਮੈਗਨੈਟਿਕ ਫੋਰਸ ਦੀ ਜੇਕਰ ਮੈਂ ਇੱਥੇ ਕਿਹਾ ਹੁੰਦਾ ਫਾਈਂਡ ਮੈਗਨੈਟਿਕ ਫੋਰਸ ਐਂਡ ਇਟਸ ਡਾਇਰੈਕਸ਼ਨ, ਇਹਦੀ ਡਾਇਰੈਕਸ਼ਨ ਵੀ ਲੱਭਣੀ ਹੁੰਦੀ। ਤੇ ਮੈਗਨੈਟਿਕ ਫੋਰਸ ਦੇ ਹੁਣੇ ਆਪਾਂ 3 ਰੂਲ ਪੜ੍ਹੇ, ਉਹ ਲਾਈਏ। ਪਾਮ ਰੂਲ ਜਿਹੜਾ ਪੰਪ ਕਰੀਦਾ ਆਪਾਂ, ਦੇਖੋ ਪਹਿਲੀ ਗੱਲ ਆਪਾਂ ਅੰਗੂਠਾ ਕਿੱਧਰ ਕਰਨਾ? ਜਿੱਧਰ ਵੈਲੋਸਿਟੀ ਵੱਲ, ਤੇ ਫਿੰਗਰਸ ਆ ਪੂਰੀਆਂ ਦੀਆਂ ਚਵੇਂ B ਵੱਲ ਜਾਣੀਆਂ। ਅੰਗੂਠਾ ਤਾਂ ਨੂੰ ਕੀਤਾ, ਇਹਨਾਂ ਨੂੰ ਇੱਧਰ ਲੈ ਗਏ, ਇਸ ਤਰ੍ਹਾਂ ਪਤਾ ਲੱਗ ਜੂ। ਆ ਵੇਖੋ ਫਿੰਗਰਸ B ਵੱਲ ਜਾਂਦੀਆਂ ਪਈਆਂ, ਅੰਗੂਠਾ ਤਾਂ ਨੂੰ, ਤੇ ਪਾਮ ਇੱਦਾਂ ਪੰਪ ਹੁੰਦਾ ਪਿਆ, ਤੇ ਮੈਗਨੈਟਿਕ ਫੋਰਸ ਲੱਗਣ ਦੀ ਇਸ ਡਾਇਰੈਕਸ਼ਨ ਦੇ ਵਿੱਚ। ਇਹ ਤਿੰਨੇ ਇੱਕ ਦੂਜੇ ਦੇ ਪਰਪੈਂਡੀਕੂਲਰ ਹੋਣੇ ਚਾਹੀਦੇ, ਯਾਦ ਰੱਖਿਓ। ਠੀਕ ਹੈ, ਤਿੰਨੇ ਇੱਕ ਦੂਜੇ ਦੇ ਪਰਪੈਂਡੀਕੂਲਰ ਹੋਣੇ ਚਾਹੀਦੇ, ਕੋਈ ਪੈਰਲਲ ਜਾਂ 100 ਐਂਟੀ ਪੈਰਲਲ 180 ਵੀ ਨਹੀਂ ਹੋਣਾ ਚਾਹੀਦਾ, 0 ਵੀ ਨਹੀਂ ਹੋਣਾ ਚਾਹੀਦਾ।